ਹਾਂਜੀ, ਬਹੁਤ ਹੀ ਪਿਆਰੇ ਵਿਦਿਆਰਥੀਓ, ਬੇਟੇ ਤੁਸੀਂ 11ਵੀਂ ਕਲਾਸ ਦੇ ਵਿੱਚ ਪੜ੍ਹਦੇ ਹੋ ਤਾਂ ਤੁਹਾਨੂੰ ਇਸ ਪਾਠ ਪੁਸਤਕ ਆ ਜਿਹੜੀ ਤੁਹਾਡੀ ਪੰਜਾਬੀ ਦੀ ਲਾਜ਼ਮੀ, ਇਸ ਦੇ ਵਿੱਚ ਲੋਕ ਕਾਵਿ ਰੂਪ ਦਿੱਤੇ ਗਏ ਨੇ, ਜਿਵੇਂ ਘੋੜੀਆਂ, ਸੁਹਾਗ, ਸਿੱਠਣੀਆਂ, ਟੱਪੇ। ਸੋ ਅੱਜ ਆਪਾਂ ਜਿਸ ਕਾਵਿ ਰੂਪ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਆ ਲੋਕ ਕਾਵਿ ਬਾਰੇ, ਉਹ ਹੈਗਾ ਟੱਪਾ। ਤਾਂ ਮੈਂ ਤੁਹਾਨੂੰ ਦੱਸਾਂਗੀ ਕਿ ਟੱਪਾ ਕੀ ਹੁੰਦਾ। ਟੱਪਾ ਇੱਕ ਇਕਹਿਰੀ ਬੋਲੀ ਨੂੰ ਕਿਹਾ ਜਾਂਦਾ। ਇਕਹਿਰੀ ਤੋਂ ਭਾਵ ਕੀ ਆ ਕਿ ਇੱਕ ਤੁੱਕ ਵਾਲੀ ਬੋਲੀ। ਸੋ ਜਿਹੜੇ ਟੱਪੇ ਨੇ ਇਹ ਲੋਕ ਗੀਤ ਨੇ, ਲੋਕ ਕਾਵਿ ਰੂਪ ਦੀ ਇੱਕ ਵੰਨਗੀ ਆ। ਟੱਪਿਆਂ ਨੂੰ ਢੋਲਕੀ ਨਾਲ ਗਾਇਆ ਜਾਂਦਾ ਜਾਂ ਗਿੱਧੇ ਜਾਂ ਭੰਗੜੇ ਦੇ ਵਿੱਚ ਬੋਲੀ ਦੇ ਰੂਪ ਵਿੱਚ ਵੀ ਪਾਇਆ ਜਾਂਦਾ ਹੈ। ਟੱਪੇ ਨੂੰ ਵਧਾਉਣ ਦੇ ਲਈ ਜਾਂ ਲਮਕਾਉਣ ਦੇ ਲਈ ਇਸ ਵਿੱਚ ਤੁਕ ਦਾ ਦੁਹਰਾ ਕੀਤਾ ਜਾਂਦਾ ਜਾਂ ਬੱਲੇ ਬੱਲੇ ਜਾਂ ਸ਼ਾਬਾ ਸ਼ਾਬਾ ਜਿਹੜੇ ਸ਼ਬਦ ਨੇ ਉਹ ਜੋੜ ਲਏ ਜਾਂਦੇ ਨੇ। ਵਿਦਿਆਰਥੀਓ, ਟੱਪਾ ਇੱਕ ਬਿੰਬਾਤਮਕ ਸ਼ਬਦ ਚਿੱਤਰਨ ਵੀ ਹੁੰਦਾ ਹੈ, ਜਿਸ ਦੇ ਵਿੱਚ ਥੋੜ੍ਹੇ ਸ਼ਬਦਾਂ ਦੇ ਵਿੱਚ ਬਹੁਤ ਹੀ ਸੌਖੇ ਢੰਗ ਦੇ ਨਾਲ ਪਰ ਤਿੱਖੇ ਰੂਪ ਦੇ ਵਿੱਚ ਜਿਹੜੀ ਸੱਚਾਈ ਆ ਉਹ ਪ੍ਰਗਟ ਕੀਤੀ ਜਾਂਦੀ ਹੈ। ਪੰਜਾਬੀ ਵਿੱਚ ਜੋ ਟੱਪੇ ਸਾਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਜ਼ਿੰਦਗੀ ਦਾ ਸੱਚ, ਜੀਵਨ ਦੀਆਂ ਸਿਆਣਪਾਂ, ਸਿੱਖਿਆਵਾਂ, ਜ਼ਿੰਦਗੀ ਦੀ ਨਾਸ਼ਵਾਨਤਾ, ਮਨੁੱਖੀ ਰਿਸ਼ਤਿਆਂ ਦਾ ਮੋਹ, ਇਹਨਾਂ ਰਿਸ਼ਤਿਆਂ ਵਿਚਲਾ ਤਣਾਓ ਅਤੇ ਜੀਵਨ ਦੀ ਖੂਬਸੂਰਤੀ ਆਦਿ ਵੱਖ-ਵੱਖ ਰੰਗ ਪੇਸ਼ ਹੋਏ ਹਨ। ਟੱਪਿਆਂ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਅਖੌਤਾਂ ਦਾ ਜਿਹੜਾ ਰੂਪ ਆ ਉਹ ਧਾਰਨ ਕਰ ਗਏ ਹਨ। ਹੁਣ ਆਪਾਂ ਪਾਠ ਪੁਸਤਕ ਵਿਚਲੇ ਟੱਪਿਆਂ ਨੂੰ ਪੜ੍ਹਾਂਗੇ। ਤੂੰ ਕਿਹੜਿਆਂ ਰੰਗਾਂ ਵਿੱਚ ਖੇਲੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਇਸ ਟੱਪੇ ਦੇ ਵਿੱਚ ਦੱਸਿਆ ਗਿਆ ਕਿ ਪਰਮਾਤਮਾ ਦੇ ਰੰਗਾਂ ਦਾ ਅਸੀਂ ਭੇਦ ਨਹੀਂ ਪਾ ਸਕਦੇ। ਉਸ ਦਾ ਕੀ ਭਾਣਾ ਸਾਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਦਾ। ਨਹਾਉਂਦਾ ਫਿਰੇ ਤੀਰਥਾਂ 'ਤੇ ਤੇਰੇ ਮਨ ਦੀ ਮੈਲ ਨਾ ਜਾਵੇ। ਕਿ ਮਨੁੱਖ ਨੇ ਜਿਹੜੇ ਤੀਰਥਾਂ 'ਤੇ ਨਹਾਉਂਦੇ ਫਿਰਦੇ ਨੇ ਪਰ ਉਹਨਾਂ ਦੇ ਅੰਦਰੋਂ ਵਿਸ਼ੇ ਵਿਕਾਰਾਂ ਦੀ ਮੈਲ ਨਹੀਂ ਜਾਂਦੀ। ਭਾਵ ਕਿ ਬੁਰੇ ਕੰਮ ਕਰਨੋਂ ਨਹੀਂ ਹਟਦੇ ਅਤੇ ਤੀਰਥਾਂ 'ਤੇ ਜਾ ਕੇ ਨਹਾਉਂਦੇ ਫਿਰਦੇ ਨੇ। ਇਸ ਤਰ੍ਹਾਂ ਦੇ ਪਖੰਡਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿੱਕਰਾਂ ਦੇ ਬੀਜ ਕੇ ਕਿੱਥੋਂ ਭਾਲਦੇ ਬਜੌਰ ਦੀਆਂ ਦਾਖਾਂ। ਸੋ ਜੋ ਕੁਛ ਅਸੀਂ ਬੀਜਾਂਗੇ ਸਾਨੂੰ ਉਹੀ ਮਿਲਣਾ ਜਾਂ ਉਸ ਦਾ ਹੀ ਫਲ ਆ ਜਿਹੜਾ ਸਾਨੂੰ ਮਿਲਣਾ, ਜੋ ਅਸੀਂ ਕਰਮ ਕਰਦੇ ਹਾਂ। ਕਿੱਕਰਾਂ ਨੂੰ ਬੀਜ ਕੇ ਸਾਨੂੰ ਦਾਖਾਂ ਨੇ ਜਿਹੜੀਆਂ ਬਜੌਰ ਦੀਆਂ ਉਹ ਨਹੀਂ ਪ੍ਰਾਪਤ ਹੋ ਸਕਦੀਆਂ। ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਗਏ। ਤਾਂ ਇੱਥੇ ਮਨੁੱਖੀ ਰਿਸ਼ਤਿਆਂ ਦੀ ਗੱਲ ਕੀਤੀ ਗਈ ਆ ਵੀ ਜਿਹੜੇ ਸਾਡੇ ਸੱਜਣ ਸਾਥੀ ਸਾਡੇ ਨਾਲ ਹਰਦਮ ਰਹਿਣ ਦਾ ਵਾਅਦਾ ਕਰਦੇ ਸੀ ਪਰ ਜਦੋਂ ਲੋੜ ਪਈ ਤਾਂ ਉਹ ਮੈਦਾਨ ਛੱਡ ਕੇ ਭੱਜ ਗਏ। ਭਾਵ ਕਿ ਉਹਨਾਂ ਨੇ ਸਾਡਾ ਸਾਥ ਆ ਜਿਹੜਾ ਉਹ ਨਹੀਂ ਦਿੱਤਾ। ਜਿਹੜੇ ਕਹਿੰਦੇ ਸੀ ਰਹਾਂਗੇ ਦੁੱਧ ਬਣ ਕੇ, ਪਾਣੀ ਨਾਲੋਂ ਪੈ ਗਏ ਪਤਲੇ। ਇੱਥੇ ਵੀ ਰਿਸ਼ਤਿਆਂ ਦੇ ਪਤਲੇਪਣ ਦਾ ਜ਼ਿਕਰ ਆ ਕਿ ਦੁੱਧ ਵਾਂਗੂ ਜਿਹੜੇ ਵਧੀਆ ਮੋਹ ਵਾਲੇ ਸੰਘਣੇ ਰਿਸ਼ਤੇ ਸੀ, ਲੋੜ ਪੈਣ 'ਤੇ ਉਹ ਵੀ ਪਾਣੀ ਨਾਲੋਂ ਪਤਲੇ ਹੋ ਗਏ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਹੀਂ ਤੇਰੀ ਜਾਤ ਪੁੱਛਣੀ। ਪਰਮਾਤਮਾ ਦੀ ਦਰਗਾਹ ਦੇ ਵਿੱਚ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਸਾਡਾ ਜਿਹੜਾ ਮੁੱਲ ਆ ਉਹ ਪੈਣਾ। ਤਾਂ ਉੱਥੇ ਜਾਤ ਪਾਤ ਦੇ ਆਧਾਰ 'ਤੇ ਕੋਈ ਸਾਡਾ ਮੁੱਲ ਨਹੀਂ ਪੈਣਾ ਹੈਗਾ। ਸੋ ਸਾਨੂੰ ਜਾਤ ਪਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਸਗੋਂ ਚੰਗੇ ਅਮਲਾਂ 'ਤੇ ਜ਼ੋਰ ਦੇਣਾ ਚਾਹੀਦਾ। ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੀ। ਭਾਵ ਕਿ ਸੁੰਦਰਤਾ ਜਾਂ ਰੂਪ ਇਸ ਚੀਜ਼ ਦੇ ਨਾਲੋਂ ਜਿਹੜੀ ਅਕਲ ਆ ਉਹ ਵਧੇਰੇ ਮੁੱਲਵਾਨ ਹੁੰਦੀ ਹੈ। ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ। ਸਹੁਰੇ ਘਰ ਬੈਠੀ ਭੈਣ ਆਪਣੇ ਵੀਰ ਨੂੰ ਯਾਦ ਕਰਦੀ ਆ, ਉਡੀਕਦੀ ਆ। ਕਹਿੰਦੀ ਜੇ ਮੇਰਾ ਵੀਰ ਅੱਜ ਮੈਨੂੰ ਮਿਲਣ ਲਈ ਆ ਗਿਆ ਤਾਂ ਵੀਰ ਨੂੰ ਮੈਂ ਦੁੱਧ ਦਾ ਛੰਨਾ ਭਰ ਕੇ ਦਿਆਂਗੀ ਅਤੇ ਉਹਦੇ ਬੋਤੇ ਨੂੰ ਗਵਾਰੇ ਦੀਆਂ ਜਿਹੜੀਆਂ ਫਲੀਆਂ ਨੇ ਉਹਨਾਂ ਦਾ ਚਾਰਾ ਪਾਊਂਗੀ। ਉੱਚਾ ਹੋ ਗਿਆ ਅੰਬਰ ਦਾ ਰਾਜਾ, ਰੋਈਆਂ ਵਿੱਚੋਂ ਹਾੜ ਬੋਲਿਆ। ਰੋਈਆਂ ਵਿੱਚੋਂ
ਭਾਵ ਕਿ ਬੀਆਵਾਨ ਵਿੱਚੋਂ, ਰੋਹੀ ਬੀਆਵਾਨ ਦੇ ਵਿੱਚੋਂ ਅਣ ਆਈ ਮੌਤ ਮਰੇ ਬੰਦੇ ਦੀ ਆਵਾਜ਼ ਆਈ ਕਿ ਅੰਬਰ ਦਾ ਰਾਜਾ ਕਿਸ ਨੂੰ ਕਿਹਾ ਗਿਆ? ਰੱਬ ਨੂੰ। ਕਿ ਭਾਵ ਹੁਣ ਰੱਬ ਕਿਤੇ ਉੱਚਾ ਚਲਿਆ ਗਿਆ ਹੈ, ਇਸ ਕਰਕੇ ਮੀਂਹ ਨਹੀਂ ਪੈਂਦੇ। ਗਿੱਧਿਆਂ 'ਚ ਨੱਚਦੀ ਦਾ ਤੇਰਾ ਦੇਵੇ ਰੂਪ ਦਹਾਈਆਂ। ਪੰਜਾਬਣ ਦੇ ਰੂਪ ਦਾ ਜ਼ਿਕਰ ਕੀਤਾ ਗਿਆ ਕਿ ਜਦੋਂ ਗਿੱਧੇ ਵਿੱਚ ਨੱਚਦੀ ਹੈ ਤਾਂ ਉਸ ਦਾ ਜਿਹੜਾ ਰੂਪ ਹੈ ਉਹ ਲੋੜੇ ਪਾਉਂਦਾ ਹੈ। ਭਾਵੇਂ ਦੇਵੀ ਨਾ ਦਾਜ ਵਿੱਚ ਗਹਿਣੇ, ਵਿੱਦਿਆ ਪੜ੍ਹਾ ਦੇ ਬਾਬਲਾ। ਇੱਥੇ ਇੱਕ ਧੀ ਬਾਬਲ ਨੂੰ ਕਹਿੰਦੀ ਆ ਕਿ ਮੈਨੂੰ ਵਿੱਦਿਆ ਰੂਪੀ ਅਨਮੋਲ ਗਹਿਣਾ ਕਢਾ ਕੇ ਦੇ ਦੇ, ਭਾਵੇਂ ਮੈਨੂੰ ਦਾਜ ਦੇ ਵਿੱਚ ਪਦਾਰਥਕ ਗਹਿਣਾ ਕੋਈ ਵੀ ਨਾ ਦੇ। ਦੁੱਧ ਰਿੜ ਕੇ ਝਾਂਜਰਾਂ ਵਾਲੀ ਕੈਂਠੇ ਵਾਲਾ ਧਾਰ ਕੱਢਦਾ। ਪੰਜਾਬੀ ਸੱਭਿਆਚਾਰ ਦੇ ਵਿੱਚ ਝਾਂਜਰਾਂ ਵਾਲੀ ਮਟਿਆਰ ਦੁੱਧ ਰਿੜਕਦੀ ਆ ਅਤੇ ਉਸ ਦਾ ਪਤੀ ਕੈਂਠੇ ਵਾਲਾ ਗੱਭਰੂ ਆ ਜਿਹੜਾ ਉਹ ਧਾਰਾਂ ਕੱਢ ਰਿਹਾ ਹੈ। ਚਰਖੇ ਦੀ ਘੂਕ ਸੁਣ ਕੇ ਜੋਗੀ ਉੱਤਰ ਪਹਾੜੋਂ ਆਇਆ। ਸੋਹਣੀ ਮਟਿਆਰ ਦੇ ਚਰਖੇ ਦੀ ਘੂਕਰ ਦੀ ਆਵਾਜ਼ ਸੁਣ ਕੇ ਜੋਗੀ, ਜੋ ਪਹਾੜਾਂ ਦੇ ਵਿੱਚ ਧਿਆਨ ਲਾਈ ਯੋਗ ਮੁਦਰਾ ਦੇ ਵਿੱਚ ਬੈਠਾ ਸੀ, ਉਹ ਉੱਤਰ ਕੇ ਥੱਲੇ ਆ ਗਿਆ। ਭਾਵ ਕਿ ਉਹਦਾ ਜਿਹੜਾ ਧਿਆਨ ਆ ਉਹ ਵੀ ਚਰਖੇ ਦੀ ਘੂਕਰ ਨੇ ਭੰਗ ਕਰ ਦਿੱਤਾ ਹੈ। ਭੈਣਾਂ ਵਰਗਾ ਸਾਕ ਨਾ ਕੋਈ, ਟੁੱਟ ਕੇ ਨਾ ਬਹਿ ਵੀਰ ਨਾ। ਭੈਣ ਕੀ ਕਹਿੰਦੀ ਹੈ ਇਸ ਟੱਪੇ ਦੇ ਵਿੱਚ ਕਿ ਭੈਣਾਂ ਅਤੇ ਭਰਾਵਾਂ ਵਰਗਾ ਵਧੀਆ ਰਿਸ਼ਤਾ ਇਸ ਦੁਨੀਆ ਦੇ ਵਿੱਚ ਕੋਈ ਨਹੀਂ ਕਿ ਵੀਰੇ ਕਿਤੇ ਐਵੇਂ ਨਾ ਮੇਰੇ ਤੋਂ ਰੁੱਸ ਕੇ ਤੂੰ ਅਲੱਗ ਹੋ ਜਾ। ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ। ਇਸ ਟੱਪੇ ਦੇ ਵਿੱਚ ਭੈਣ ਆਪਣੇ ਭਰਾ ਦੇ ਰੋਹਬ 'ਤੇ ਕਿਵੇਂ ਮਾਣ ਕਰਦੀ ਹੈ ਇਸ ਚੀਜ਼ ਨੂੰ ਦੱਸਿਆ ਗਿਆ ਹੈ ਕਿ ਉਹ ਕਹਿੰਦੀ ਹੈ ਕਿ ਮੇਰੇ ਵੀਰ ਦੀ ਜਿਹੜੀ ਡਾਂਗ ਆ ਉਹ ਇੰਨੀ ਰੋਹਬਦਾਰ ਆ, ਉਸ ਦਾ ਬੜਾ ਦਬਦਬਾ, ਅਤੇ ਉਹ ਜਿੱਥੇ ਵੱਜਦੀ ਆ ਬੱਦਲਾਂ ਦੇ ਵਾਂਗੂ ਜਿਹੜੀ ਗਰਜ ਆ ਉਹ ਕਰਦੀ ਆ। ਮੇਰਾ ਵੀਰ ਧਣੀਏ ਦਾ ਬੂਟਾ, ਆਉਂਦੇ ਜਾਂਦੇ ਲੈਣ ਵਾਸ਼ਨਾ। ਤਾਂ ਇਸ ਟੱਪੇ ਦੇ ਵਿੱਚ ਭੈਣ ਕੀ ਕਹਿੰਦੀ ਆ ਕਿ ਉਹਦਾ ਜਿਹੜਾ ਭਰਾ ਉਹ ਬਹੁਤ ਹੀ ਹਰਮਨ ਪਿਆਰਾ, ਜਿਵੇਂ ਆਉਂਦੇ ਜਾਂਦੇ ਰਾਹੀ ਧਣੀਏ ਦੀ ਖੁਸ਼ਬੂ ਦੇ ਵੱਲ ਖਿੱਚੇ ਜਾਂਦੇ ਨੇ, ਤਾਂ ਇਵੇਂ ਹੀ ਉਹ ਕਹਿੰਦੀ ਆ ਕਿ ਮੇਰਾ ਜਿਹੜਾ ਭਰਾ ਸਾਰਿਆਂ ਵਿੱਚ ਹਰਮਨ ਪਿਆਰਾ, ਸਾਰੇ ਉਸ ਵੱਲ ਖਿੱਚੇ ਜਾਂਦੇ ਨੇ। ਮਾਮਾ ਨੂੰ ਪੁੱਤ ਐ ਮਿਲਦੇ ਜਿਉਂ ਸੁੱਕੀਆਂ ਵੇਲਾਂ ਨੂੰ ਪਾਣੀ। ਮਾਮਾ ਲਈ ਪੁੱਤਰਾਂ ਦਾ ਮਿਲਣਾ ਜਾਂ ਪੁੱਤਰਾਂ ਦੇ ਨਾਲ ਮਾਮਾ ਦਾ ਮਿਲਾਪ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਸੁੱਕੀਆਂ ਵੇਲਾਂ ਪਾਣੀ ਦੇ ਨਾਲ ਹਰੀਆਂ ਭਰੀਆਂ ਹੋ ਜਾਂਦੀਆਂ ਨੇ। ਇਵੇਂ ਹੀ ਜਿਹੜੀਆਂ ਮਾਵਾਂ ਨੇ ਆਪਣੇ ਪੁੱਤਰਾਂ ਨੂੰ ਮਿਲ ਕੇ ਜਿਹੜੀਆਂ ਨੇ ਖੁਸ਼ੀ ਦੇ ਨਾਲ ਟਹਿਕ ਉੱਠਦੀਆਂ ਨੇ, ਮਹਿਕ ਉੱਠਦੀਆਂ ਨੇ। ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ। ਸੋ ਜਿਵੇਂ ਮੂਲ ਨਾਲੋਂ ਵਿਆਜ ਵੱਧ ਪਿਆਰਾ ਹੁੰਦਾ, ਇਵੇਂ ਭਰਾਵਾਂ ਨਾਲੋਂ ਜ਼ਿਆਦਾ ਭਤੀਜਿਆਂ ਦਾ ਪਿਆਰ ਭੂਆ ਨੂੰ ਆਉਂਦਾ। ਤਾਂ ਉਹ ਕਹਿੰਦੀ ਆ ਕਿ ਮੇਰੇ ਵੀਰ ਦਾ ਜਿਹੜਾ ਪੁੱਤ ਆ ਉਹ ਮੇਰਾ ਭਤੀਜਾ ਲੱਗਦਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਉਹ ਮੈਨੂੰ ਭੂਆ ਕਹਿ ਕੇ ਮੱਥਾ ਟੇਕਦਾ। ਤਨ ਜੋਵਨ ਫੁੱਲਾਂ ਦੀਆਂ ਵਾੜੀਆਂ, ਸਦਾ ਨਹੀਂ ਆਬਾਦ ਰਹਿੰਦੀਆਂ। ਜ਼ਿੰਦਗੀ ਦੀ ਸੱਚਾਈ ਨਾਸ਼ਵਾਨਤਾ ਦੀ ਗੱਲ ਆ ਕਿ ਫੁੱਲ ਨੇ ਜਿਹੜੇ ਇਹਨਾਂ ਦੀ ਉਮਰ ਥੋੜ੍ਹ ਚਿਰੀ ਹੁੰਦੀ ਆ। ਇਸੇ ਤਰ੍ਹਾਂ ਹੀ ਸਾਡਾ ਜਿਹੜਾ ਧਨ ਆ ਅਤੇ ਸਾਡਾ ਜਿਹੜਾ ਜੋਬਨ ਆ, ਜਵਾਨੀ ਆ, ਇਹ ਫੁੱਲਾਂ ਦੀ ਨਿਆਈ ਨੇ ਕਿ ਫੁੱਲ ਥੋੜ੍ਹੀ ਦੇਰ ਖਿੜ ਕੇ ਜਿਹੜੇ ਨੇ ਬਹਾਰ ਦੇ ਕੇ ਫਿਰ ਮੁਰਝਾ ਜਾਂਦੇ ਨੇ। ਇਵੇਂ ਜਿਹੜਾ ਸਾਡਾ ਧਨ ਆ ਅਤੇ ਜੋਬਨ ਆ ਇਹ ਫੁੱਲਾਂ ਵਾਂਗੂ ਆ, ਇਹਨੇ ਵੀ ਥੋੜ੍ਹੀ ਦੇਰ ਦੇ ਵਿੱਚ ਆ ਜਿਹੜਾ ਸਾਡੇ ਕੋਲੋਂ ਚਲਿਆ ਜਾਣਾ। ਤਿੰਨ ਰੰਗ ਨਹੀਂਓ ਲੱਭਣੇ, ਹੁਸਨ ਜਵਾਨੀ ਮਾਪੇ। ਜ਼ਿੰਦਗੀ ਦੀ ਸੱਚਾਈ ਆ ਕਿ ਜਿਹੜੇ ਤਿੰਨ ਰੰਗ ਨੇ ਜੀਵਨ ਦੇ, ਜ਼ਿੰਦਗੀ ਨੂੰ ਰੰਗੀਨ ਬਣਾਉਂਦੇ ਨੇ, ਮਾਂ ਬਾਪ, ਹੁਸਨ ਅਤੇ ਜਵਾਨੀ। ਤਾਂ ਇਹ ਜਦੋਂ ਇੱਕ ਵਾਰੀ ਸਾਡੇ ਕੋਲੋਂ ਚਲੇ ਜਾਣ ਤਾਂ ਸਾਨੂੰ ਮੁੜ ਕੇ ਨਹੀਂ ਲੱਭਦੇ। ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ। ਸੋ ਮਿੱਟੀ ਦੇ ਵਿੱਚੋਂ ਗਵਾਚੇ ਹੋਏ ਲਾਲ ਨਹੀਂ ਲੱਭਣੇ, ਭਾਵ ਕਿ ਦੁਨੀਆ ਤੋਂ ਇੱਕ ਵਾਰੀ ਸਾਡੇ ਕੋਲੋਂ ਵਿਛੜ ਗਏ ਨੇ ਜਿਹੜੇ, ਉਹਨਾਂ ਦੇ ਨਾਲ ਸਾਡਾ ਜਿਹੜਾ ਮੇਲਾ ਉਹ ਕਦੇ ਵੀ ਦੁਬਾਰਾ ਨਹੀਂ ਹੋਣਾ। ਕਿਤੇ ਲਿਪਣੇ ਨਾ ਪੈਣ ਬਨੇਰੇ, ਪੱਕਾ ਘਰ ਟੋਲੀ ਬਾਬਲਾ। ਸੋ ਧੀ ਬਾਬਲ ਨੂੰ ਕੀ ਇੱਛਾ ਕਰਦੀ ਆ, ਬਾਬਲ ਤੋਂ ਕੀ ਮੰਗਦੀ ਆ ਕਿ ਮੈਨੂੰ ਕਿਤੇ ਬਨੇਰੇ ਨਾ ਲਿਪਣੇ ਪੈ ਜਾਣ, ਮੈਨੂੰ ਕੱਚਾ ਘਰ ਨਾ ਲੱਭ ਕੇ ਦੇਵੀਂ, ਪੱਕਾ ਘਰ ਲੱਭ ਕੇ ਦੇਵੀਂ, ਭਾਵ ਕਿ ਖੁਸ਼ਹਾਲ ਘਰ ਉਸ ਦਾ ਰਿਸ਼ਤਾ ਕੀਤਾ ਜਾਵੇ।
ਕਿਹੜੇ ਹੌਂਸਲੇ ਲੰਬਾ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ। ਸੋ ਸੱਸ ਨੂੰ ਇੱਥੇ ਮੁਟਿਆਰ ਮਿਹਣਾ ਦਿੰਦੀ ਆ ਕਿ ਮੈਂ ਕਿਹੜੇ ਉਤਸ਼ਾਹ ਦੇ ਨਾਲ ਲੰਬਾ ਤੰਦ ਪਾਵਾਂ, ਭਾਵ ਕਿ ਉਹ ਬੈਲੀ, ਐਬੀ ਜਾਂ ਨਸ਼ੇੜੀ ਦੀ ਪਤਨੀ ਆ ਅਤੇ ਉਹ ਜ਼ਿੰਦਗੀ ਦੇ ਵਿੱਚ ਕਿਸੇ ਵੀ ਹੌਂਸਲੇ ਦੇ ਨਾਲ ਕੋਈ ਵੀ ਵੱਡੇ ਕੰਮ ਨੂੰ ਹੱਥ ਨਹੀਂ ਪਾ ਸਕਦੀ। ਕੱਟ ਦੇ ਫਰੰਗੀਆਂ ਨਾਮਾ, ਇੱਕੋ ਪੁੱਤ ਮੇਰੀ ਸੱਸ ਦਾ। ਸੋ ਇੱਥੇ ਕੀ ਕਹਿੰਦੀ ਆ ਕਿ ਉਸਦਾ ਜਿਹੜਾ ਫੌਜੀ ਪਤੀ ਆ, ਫੌਜ ਵਿੱਚ ਨੌਕਰੀ ਕਰਦਾ, ਉਹਨੂੰ ਬੇਨਤੀ ਕਰਦੀ ਆ ਕਿ ਮੇਰੀ ਸੱਸ ਦਾ ਇਕਲੌਤਾ ਪੁੱਤਰ ਆ, ਇਸ ਕਰਕੇ ਇਹਦਾ ਫੌਜ 'ਚੋਂ ਨਾਂ ਕੱਟ ਕੇ ਉਹਨੂੰ ਘਰ ਭੇਜ ਦੇ। ਹਾੜੀ ਵੱਢੂੰਗੀ ਬਰੋਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ। ਸੋ ਪਤਨੀ ਪਤੀ ਨੂੰ ਕਹਿੰਦੀ ਆ ਕਿ ਮੈਂ ਤੇਰੇ ਨਾਲ ਮਿਲ ਕੇ ਤੇਰੇ ਬਰਾਬਰ ਹਾੜੀ ਵੱਢਾਂਗੀ, ਤੂੰ ਮੇਰੀ ਦਾਤੀ ਨੂੰ ਘੁੰਗਰੂ ਲਵਾ ਦੇ। ਭਾਵ ਕਿ ਜੀਵਨ ਦੀ ਹਰ ਔਖ ਸੌਖ ਜਿਹੜੀ ਉਹ ਆਪਣੇ ਪਤੀ ਦੇ ਨਾਲ ਸਹਿਣ ਨੂੰ ਤਿਆਰ ਆ। ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਕਿ ਜਿਨ੍ਹਾਂ ਨੇ ਚਿੱਟੇ ਚੌਲ ਪੁੰਨ ਕੀਤੇ ਨੇ, ਪਰਮਾਤਮਾ ਉਹਨਾਂ ਦੀਆਂ ਜਿਹੜੀਆਂ ਜੋੜੀਆਂ ਨੇ ਬਹੁਤ ਸੋਹਣੀਆਂ ਬਣਾਉਂਦਾ। ਭਾਵ ਕਿ ਜੋੜੀਆਂ ਨੇ ਜਿਹੜੀਆਂ ਧੁਰ ਦਰਗਾਹੋਂ ਹੀ ਬਣ ਕੇ ਆਉਂਦੀਆਂ ਨੇ। ਸੋ ਜਿਨ੍ਹਾਂ ਨੇ ਚੌਲ ਪੁੰਨ ਕੀਤੇ ਹੁੰਦੇ ਨੇ ਉਹਨਾਂ ਦੀਆਂ ਵਧੀਆ ਜੋੜੀਆਂ ਨੇ ਜਿਹੜੀਆਂ ਰੱਬ ਉਹ ਬਣਾ ਦਿੰਦਾ। ਜੱਗ ਜਿਉਣ ਵੱਡੀਆਂ ਭਰਜਾਈਆਂ, ਪਾਣੀ ਮੰਗਾਂ ਦੁੱਧ ਦਿੰਦੀਆਂ। ਸੋ ਇੱਥੇ ਦਿਓਰ ਭਰਜਾਈ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਆ ਕਿ ਵੱਡੀਆਂ ਭਰਜਾਈਆਂ ਮਾਵਾਂ ਦੀ ਤਰ੍ਹਾਂ ਹੁੰਦੀਆਂ ਨੇ ਅਤੇ ਜਿਉਂਦੀਆਂ ਰਹਿਣ, ਜਿਹੜੀਆਂ ਪਾਣੀ ਮੰਗਣ 'ਤੇ ਵੀ ਦੁੱਧ ਦਿੰਦੀਆਂ। ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦ ਨਾ ਬਣੀ। ਇਸ ਦੇ ਵਿੱਚ ਆਰਥਿਕਤਾ ਦਾ ਜ਼ਿਕਰ ਆ ਕਿ ਸਾਰਾ ਦਿਨ ਜਿਹੜੀਆਂ ਨੇ ਕਮਾਈਆਂ ਕਰ ਕਰਕੇ ਜਦੋਂ ਇਨਸਾਨ ਥੱਕ ਜਾਂਦਾ, ਪਰ ਸਾਰਾ ਜ਼ੋਰ ਲਾ ਕੇ ਵੀ ਉਹ ਘਰ ਦਾ ਗੁਜ਼ਾਰਾ ਜਦੋਂ ਮਸਾਂ ਚਲਾ ਸਕਦਾ ਅਤੇ ਆਪਣੀ ਪਤਨੀ ਨੂੰ ਸੋਨੇ ਦਾ ਗਹਿਣਾ ਜਾਂ ਬੰਦ ਵੀ ਇੱਕ ਸੋਨੇ ਦਾ ਹੀ ਗਹਿਣਾ ਜਿਹੜਾ ਹੱਥਾਂ ਦੇ ਵਿੱਚ ਪਾਇਆ ਜਾਂਦਾ ਵੀ ਉਹ ਬੰਦ ਨਹੀਂ ਬਣਾ ਕੇ ਦੇ ਸਕਦਾ, ਤਾਂ ਇਸ ਤਰ੍ਹਾਂ ਦਾ ਜਿਹੜਾ ਭਾਵ ਆ ਇਸ ਟੱਪੇ ਦੇ ਵਿੱਚ ਪ੍ਰਗਟ ਹੋਇਆ। ਪਾਣੀ ਡੋਲ ਗਈ ਝਾਂਜਰਾਂ ਵਾਲੀ, ਕੈਂਠੇ ਵਾਲਾ ਤਿਲਕ ਪਿਆ। ਸੋ ਝਾਂਜਰਾਂ ਵਾਲੀ ਸੋਹਣੀ ਮੁਟਿਆਰ ਆ ਜਿਹੜੀ, ਪਾਣੀ ਉਸਨੇ ਡੋਲ ਦਿੱਤਾ ਅਤੇ ਉਸ ਦੇ ਰੂਪ ਨੂੰ ਤੱਕਣ ਵਾਲਾ ਜਿਹੜਾ ਕੈਂਠੇ ਵਾਲਾ ਗੱਭਰੂ ਸੀ, ਤਾਂ ਇਸ ਚੀਜ਼ ਨੂੰ ਦੇਖਦਾ ਦੇਖਦਾ ਪਾਣੀ ਤੋਂ ਤਿਲਕ ਗਿਆ। ਮੇਰੇ ਵੀਰ ਨੂੰ ਸੁੱਕੀ ਖੰਡ ਪਾਈ, ਸੱਸੇ ਤੇਰੀ ਮੱਝ ਮਰ ਜੇ। ਭੈਣ ਦਾ ਭਰਾ ਦੇ ਨਾਲ ਬਹੁਤ ਪਿਆਰ ਆ। ਜਦੋਂ ਵੀਰ ਭੈਣ ਦੇ ਘਰ ਆਉਂਦਾ ਤਾਂ ਉਹਦੀ ਸੱਸ ਆ ਜਿਹੜੀ ਉਹਦੀ ਚੰਗੀ ਤਰ੍ਹਾਂ ਦੇ ਨਾਲ ਜਦੋਂ ਆਓ ਭਗਤ ਜਾਂ ਸਤਿਕਾਰ ਨਹੀਂ ਕਰਦੀ, ਉਹਨੂੰ ਦੇਣ ਵਾਲੀ ਬੂਰਾ ਖੰਡ ਦੇ ਵਿੱਚ ਜਦੋਂ ਉਹ ਘਿਓ ਨਹੀਂ ਪਾਉਂਦੀ, ਤਾਂ ਜਿਹੜੀ ਭੈਣ ਆ ਆਪਣੀ ਸੱਸ ਨੂੰ ਵੱਧ ਸੀਸ ਦਿੰਦੀ ਹੋਈ ਕਹਿੰਦੀ ਆ ਕਿ ਚੰਗਾ ਹੋਵੇ ਤੇਰੀ ਮੱਝ ਮਰ ਜੇ, ਜੇਕਰ ਮੇਰੇ ਭਰਾ ਨੂੰ ਤੇਰੇ ਘਰੋਂ ਸੁੱਕੀ ਖੰਡ ਦੇ ਨਾਲ ਹੀ ਜਿਹੜਾ ਗੁਜ਼ਾਰਾ ਕਰਨਾ ਪਿਆ, ਜਾਂ ਤੂੰ ਉਹਦਾ ਵਧੀਆ ਢੰਗ ਦੇ ਨਾਲ ਸਵਾਗਤ ਨਹੀਂ ਕੀਤਾ। ਸੋ ਬੱਚਿਓ, ਇਹ ਤਾਂ ਸੀ ਪਾਠ ਪੁਸਤਕ ਦੇ ਵਿੱਚ ਦਰਜ ਟੱਪੇ ਜਿਹੜੇ ਮੈਂ ਤੁਹਾਨੂੰ ਸੁਣਾਏ ਨੇ। ਤਾਂ ਇਹਨਾਂ ਦੇ ਨਾਲ ਵਿੱਚ ਦਰਜ ਜਿਹੜੇ ਥੋੜ੍ਹੇ ਥੋੜ੍ਹੇ ਭਾਵ ਨੇ ਉਹ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਹਾਂਜੀ ਵਿਦਿਆਰਥੀਓ, ਹੁਣ ਆਪਾਂ ਜਿਹੜੇ ਪਾਠ ਪੁਸਤਕ ਦੇ ਵਿੱਚੋਂ ਟੱਪੇ ਤਾਂ ਆਪਾਂ ਪੜ੍ਹ ਲਏ, ਤਾਂ ਆਪਾਂ ਹੁਣ ਪ੍ਰੀਖਿਆ ਦੀ ਦ੍ਰਿਸ਼ਟੀ ਤੋਂ ਅਭਿਆਸੀ ਪ੍ਰਸ਼ਨਾਂ ਦੇ ਉੱਤਰਾਂ ਵੱਲ ਆਉਂਦੇ ਹਾਂ, ਜਿਨ੍ਹਾਂ ਤੋਂ ਸਾਨੂੰ ਇਹ ਪਤਾ ਲੱਗੂਗਾ ਕਿ ਸਾਨੂੰ ਕਿੰਨੇ ਇਸ ਪਾਠ ਦੀ ਸਮਝ ਆਈ ਆ। ਸੋ ਸਾਡਾ ਪਹਿਲਾ ਪ੍ਰਸ਼ਨ ਇਹੀ ਆ ਕਿ ਪਾਠ ਪੁਸਤਕ ਵਿੱਚੋਂ ਲੋਕ ਸਿਆਣਪ ਅਤੇ ਲੋਕ ਨੀਤੀ ਨੂੰ ਪ੍ਰਗਟਾਉਂਦੇ ਹੋਏ ਕੋਈ 3 ਟੱਪੇ ਲਿਖੋ। ਸਭ ਤੋਂ ਬੇਟੇ ਪਹਿਲਾਂ ਤਾਂ ਤੁਹਾਡੇ ਲਈ ਸਮਝਣਾ ਜ਼ਰੂਰੀ ਆ ਕਿ ਲੋਕ ਸਿਆਣਪ ਅਤੇ ਲੋਕ ਨੀਤੀ ਕੀ ਹੁੰਦੀਆਂ ਨੇ। ਸੋ ਲੋਕ ਸਿਆਣਪ ਕੀ ਆ ਕਿ ਜਿਹਦੇ ਵਿੱਚ ਜੀਵਨ ਦੀ ਸੱਚਾਈ ਦਾ ਕਿਸੇ ਦਾ ਵਰਣਨ ਕੀਤਾ ਜਾਂਦਾ, ਕਿ ਲੋਕ ਜਿਹੜੇ ਨੇ ਉਹ ਤੱਥ ਸਾਡੇ ਸਾਹਮਣੇ ਕੱਢ ਕੇ ਰੱਖਦੇ ਨੇ ਕਿ ਇਹ ਜਿਹੜੀਆਂ ਚੀਜ਼ਾਂ ਨੇ ਸਦੀਵੀ ਸੱਚਾਈਆਂ ਨੇ। ਹਰ ਯੁੱਗ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਉਹ ਸੱਚ ਹੋਣਗੀਆਂ, ਅਤੇ ਇਹ ਚੀਜ਼ਾਂ ਜਦੋਂ ਸਾਨੂੰ ਸਮਝਾਈਆਂ ਜਾਂਦੀਆਂ ਨੇ ਤਾਂ ਇਹ ਸਾਡੀ ਲੋਕ ਸਿਆਣਪ ਅਤੇ ਲੋਕ ਨੀਤੀ ਦੇ ਵਿੱਚ ਆ ਜਾਂਦੀਆਂ ਨੇ। ਸੋ ਆਪਾਂ ਕਿੰਨੇ ਸਾਰੇ ਟੱਪੇ ਪੜ੍ਹੇ ਸੀ, ਤਾਂ ਉਹਨਾਂ ਦੇ ਵਿੱਚੋਂ 3 ਟੱਪੇ ਤੁਸੀਂ ਚੁਣਨੇ ਨੇ। ਪਹਿਲਾ ਤਾਂ ਇੱਥੇ ਇਹੀ ਆ ਜਾਊਗਾ ਕਿ ਕਿੱਥੋਂ ਭਾਲਦਾ ਬਜ਼ੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਬੀਜ ਕੇ। ਭਾਵ ਕਿ ਸਾਨੂੰ ਚੰਗੇ ਅਮਲ ਕਰਨ ਦੇ ਲਈ ਕਿਹਾ ਗਿਆ ਕਿ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਅਸੀਂ ਵੱਢਾਂਗੇ।
ਸੋ ਜੀਵਨ ਦੇ ਵਿੱਚ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ, ਤਾਂ ਹੀ ਸਾਨੂੰ ਉਹਨਾਂ ਦਾ ਜਿਹੜਾ ਚੰਗਾ ਫਲ ਆ ਉਹ ਮਿਲੂਗਾ। ਜਿਵੇਂ ਕਿੱਕਰ ਬੀਜ ਕੇ ਦਾਖਾਂ ਨਹੀਂ ਨਾ ਮਿਲ ਸਕਦੀਆਂ, ਕਿੱਕਰ ਬੀਜ ਕੇ ਤਾਂ ਸਾਨੂੰ ਕੰਡੇ ਜਾਂ ਤੁੱਕੇ ਹੀ ਪ੍ਰਾਪਤ ਹੋਣੇ ਨੇ, ਅਤੇ ਬਜੌਰ ਦੇ ਇਲਾਕੇ ਦੀਆਂ ਦਾਖਾਂ ਨਹੀਂ ਸਾਨੂੰ ਮਿਲ ਸਕਦੀਆਂ ਵਧੀਆ ਕਿਸਮ ਦੀਆਂ। ਅਤੇ ਦੂਜਾ ਟੱਪਾ ਇਸੇ ਵਿੱਚ ਆ ਜਾਊਗਾ ਸਾਡਾ ਕਿ ਇੱਥੇ ਅਮਲਾਂ 'ਤੇ ਹੋਣਗੇ ਨਵੇੜੇ, ਜਾਤ ਕਿਸੇ ਪੁੱਛਣੀ ਨਹੀਂ। ਭਾਵ ਕਿ ਸਾਨੂੰ ਉੱਚੀ ਜਾਂ ਨੀਵੀਂ ਜਾਤ ਦਾ ਬਾਰੇ ਕਦੇ ਨਹੀਂ ਸੋਚਣਾ ਚਾਹੀਦਾ, ਕਿਸੇ ਨਾਲ ਤਿਰਸਕਾਰ ਨਹੀਂ ਕਰਨਾ ਚਾਹੀਦਾ ਜਾਂ ਜਾਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ, ਕਿਉਂਕਿ ਰੱਬ ਦੀ ਦਰਗਾਹ ਦੇ ਵਿੱਚ ਤਾਂ ਸਾਡਾ ਜਿਹੜਾ ਲੇਖਾ ਉਹ ਸਾਡੇ ਕੀਤੇ ਹੋਏ ਚੰਗੇ ਜਾਂ ਮਾੜੇ ਕਰਮਾਂ ਦੇ ਆਧਾਰ 'ਤੇ ਹੀ ਉਹ ਕੀਤਾ ਜਾਣਾ। ਇਹ ਗੱਲ ਸਾਨੂੰ ਸਮਝਾਈ ਗਈ ਆ। ਤੀਜੀ ਗੱਲ ਕੀ ਆ ਕਿ ਜੀਵਨ ਦੀ ਨਾਸ਼ਵਾਨਤਾ ਸਾਨੂੰ ਟੱਪਿਆਂ ਦੇ ਵਿੱਚ ਸਮਝਾਈ ਗਈ ਆ ਕਿ 3 ਰੰਗ ਨਹੀਂਓ ਲੱਭਣੇ, ਹੁਸਨ, ਜਵਾਨੀ, ਮਾਪੇ। ਸੋ ਇਹ ਜਿਹੜੇ 3 ਰੰਗ ਆ ਸਾਨੂੰ ਦੁਬਾਰਾ ਨਹੀਂ ਮਿਲਣੇ ਹੈਗੇ। ਨਾ ਸਾਡਾ ਜਿਹੜਾ ਸੁੰਦਰਤਾ ਉਹ ਇੱਕ ਵਾਰੀ ਖੋ ਜੇ ਵਾਪਸ ਆਉਣੀ ਆ, ਨਾ ਜਿਹੜੀ ਜਵਾਨੀ ਆ ਸਾਡੀ ਇਹ ਸਦੀਵੀ ਆ, ਕਿਉਂਕਿ ਇਸਨੇ ਬੁਢਾਪੇ ਦੇ ਵਿੱਚ ਬਦਲ ਜਾਣਾ, ਫਿਰ ਅਸੀਂ ਜਵਾਨ ਨਹੀਂ ਹੋ ਸਕਦੇ। ਇਵੇਂ ਹੀ ਮਾਂ ਬਾਪ ਦਾ ਜਦੋਂ ਸਾਇਆ ਇੱਕ ਵਾਰੀ ਸਿਰ ਤੋਂ ਉੱਠ ਜਾਂਦਾ ਤਾਂ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਮਿਲਦਾ। ਸੋ ਇਸ ਤਰ੍ਹਾਂ ਦੇ ਨਾਲ ਇਹ 3 ਟੱਪੇ ਨੇ ਜਿਹੜੇ ਲੋਕ ਸਿਆਣਪ ਅਤੇ ਲੋਕ ਨੀਤੀ ਨੂੰ ਪ੍ਰਗਟਾਉਂਦੇ ਨੇ। ਸੋ ਇਹ ਤੁਸੀਂ ਯਾਦ ਰੱਖਣੇ ਨੇ, ਅਤੇ ਪ੍ਰਸ਼ਨ ਪ੍ਰੀਖਿਆ ਦੇ ਵਿੱਚ ਪੁੱਛੇ ਜਾਣ 'ਤੇ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਢੰਗ ਦੇ ਨਾਲ ਵਰਣਨ ਕਰਕੇ ਜਿਹੜਾ ਉਹ ਲਿਖਣਾ। ਤਾਂ ਸਾਡਾ ਦੂਜਾ ਪ੍ਰਸ਼ਨ ਫਿਰ ਇਹੀ ਆ ਜਾਂਦਾ ਕਿ ਪਾਠ ਪੁਸਤਕ ਦੇ ਵਿੱਚ ਕਿੰਨਾਂ ਟੱਪਿਆਂ ਦੇ ਵਿੱਚ ਮਨੁੱਖੀ ਜੀਵਨ ਦੇ ਰੂਪ ਅਤੇ ਰੰਗ ਬਾਰੇ ਭਾਵ ਪ੍ਰਗਟ ਹੋਏ ਨੇ, ਕਿਹੜੇ ਭਾਵ ਪ੍ਰਗਟ ਹੋਏ ਨੇ। ਸੋ ਰੂਪ ਰੰਗ ਬਾਰੇ ਜਿਹੜਾ ਹੈਗਾ ਇਸ ਪ੍ਰਸ਼ਨ ਦਾ ਉੱਤਰ ਇਹੀ ਆ ਕਿ ਰੂਪ ਰੰਗ ਬਾਰੇ ਕੀ ਦੱਸਿਆ ਗਿਆ ਕਿ ਭਾਵੇਂ ਗੋਰਾ ਰੰਗ ਦੇਖਣ ਵਾਲੇ ਨੂੰ ਵਧੀਆ ਲੱਗਦਾ, ਪਰ ਮੁੱਲ ਆ ਜਿਹੜਾ ਜੀਵਨ ਦੇ ਵਿੱਚ, ਜੀਵਨ ਦੀ ਯਥਾਰਥਕਤਾ ਦੇ ਵਿੱਚ ਸਾਡੀ ਅਕਲ ਦਾ ਹੀ ਪੈਂਦਾ ਕਿ ਗੋਰੇ ਰੰਗ ਨੂੰ ਕੋਈ ਨਾ ਪੁੱਛਦਾ, ਮੁੱਲ ਪੈਂਦੇ ਅਕਲਾਂ ਦੇ। ਸੋ ਗੋਰੇ ਰੰਗ ਤੋਂ ਅਕਲ ਵਧੇਰੇ ਮੁੱਲਵਾਨ ਆ। ਇਸ ਚੀਜ਼ ਦਾ ਜਿਹੜਾ ਭਾਵ ਨੇ ਉਹ ਇਸ ਟੱਪੇ ਦੇ ਵਿੱਚ ਪ੍ਰਗਟ ਹੋਏ ਨੇ। ਅਗਲਾ ਪ੍ਰਸ਼ਨ ਆ ਕਿ ਪੰਜਾਬੀ ਦੇ ਕਿੰਨਾਂ ਟੱਪਿਆਂ ਵਿੱਚ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ, ਅਤੇ ਇਹ ਵੀ ਦੱਸੋ ਕਿ ਕਿਹੜੇ ਰਿਸ਼ਤੇ ਇਹਨਾਂ ਟੱਪਿਆਂ ਵਿੱਚ ਵਿਸ਼ਾ ਬਣੇ ਹਨ। ਸੋ ਪਾਠ ਪੁਸਤਕ ਦੇ ਵਿੱਚ ਜਿਹੜੇ ਟੱਪੇ ਦਰਜ ਨੇ ਉਹਨਾਂ ਦੇ ਵਿੱਚ ਸਾਰੇ ਟੱਪਿਆਂ ਦੇ ਵਿੱਚ ਹੀ ਜਿਹੜੇ ਨੇ ਮਨੁੱਖੀ ਰਿਸ਼ਤੇ ਵਿਸ਼ਾ ਬਣੇ ਹਨ। ਇਹਨਾਂ ਦੇ ਵਿੱਚ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਆ, ਦੋਸਤਾਂ ਦੀ, ਮਿੱਤਰਾਂ ਦੀ ਗੱਲ ਆ ਜਿਹੜੀ ਕੀਤੀ ਗਈ ਆ, ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਆ, ਸੱਸ ਤੇ ਨੂੰਹ ਦਾ ਰਿਸ਼ਤਾ ਚਿਤਰਿਆ ਗਿਆ, ਦਿਓਰ ਭਰਜਾਈ ਦਾ ਰਿਸ਼ਤਾ ਚਿਤਰਿਆ ਗਿਆ, ਮਾਂ ਪੁੱਤਰ ਦੇ ਰਿਸ਼ਤੇ ਦੀ ਗੱਲ ਹੋਈ ਆ, ਭੂਆ ਭਤੀਜੇ ਦੇ ਰਿਸ਼ਤੇ ਦੀ ਗੱਲ ਹੋਈ ਆ, ਅਤੇ ਬਾਵਲ ਤੇ ਧੀ ਦੇ ਰਿਸ਼ਤੇ ਦੀ ਗੱਲ ਹੋਈ ਆ, ਅਤੇ ਮਾਪੇ ਨੇ ਜਿਹੜੇ ਇਹ ਵੀ ਮਨੁੱਖੀ ਰਿਸ਼ਤਿਆਂ ਦਾ ਜਿਹੜਾ ਵਿਸ਼ਾ ਨੇ ਉਹ ਬਣੇ। ਸੋ ਆਪਾਂ ਇਹ ਟੱਪਿਆਂ ਦੇ ਵਿੱਚੋਂ ਹੀ ਮੈਂ ਤੁਹਾਨੂੰ ਸਮਝਾਉਂਦੀ ਹਾਂ ਕਿ ਸਭ ਤੋਂ ਪਹਿਲਾਂ ਇਹ ਆ ਵੀ ਜਿਵੇਂ ਪਤੀ ਪਤਨੀ ਦੇ ਰਿਸ਼ਤੇ ਦੀ ਕਿਵੇਂ ਗੱਲ ਹੋਈ ਆ ਕਿ ਔਰਤ ਕਹਿੰਦੀ ਆ ਹਾੜੀ ਵੱਢੂੰਗੀ ਬਰਾਬਰ ਤੇਰੇ, ਦਾਤੀ ਨੂੰ ਲਵਾ ਦੇ ਘੁੰਗਰੂ। ਜਾਂ ਕਹਿੰਦੀ ਆ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ, ਰੱਬ ਨੇ ਬਣਾਈਆਂ ਜੋੜੀਆਂ। ਸੋ ਕਿਹਾਣ ਦੀਆਂ ਜੋੜੀਆਂ ਨੇ ਜਿਹੜੀਆਂ ਰੱਬ ਬਣਾ ਕੇ ਭੇਜਦਾ। ਸੋ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਿਵੇਂ ਹੋਈ ਆ ਕਿ ਭੈਣ ਸਹੁਰੇ ਘਰ ਬੈਠੀ ਭਰਾ ਨੂੰ ਉਡੀਕਦੀ ਆ ਅਤੇ ਕਹਿੰਦੀ ਆ ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ, ਤੈਨੂੰ ਵੀਰਾ ਦੁੱਧ ਦਾ ਛੰਨਾ, ਕਿ ਤੈਨੂੰ ਦੁੱਧ ਦਾ ਛੰਨਾ ਪੀਣ ਨੂੰ ਦੇਵਾਂਗੀ ਅਤੇ ਤੇਰੇ ਬੋਤੇ ਨੂੰ ਚਾਰੇ ਦੇ ਰੂਪ ਦੇ ਵਿੱਚ ਮੈਂ ਗਵਾਰੇ ਦੀਆਂ ਫਲੀਆਂ ਪਾਊਂਗੀ। ਭੈਣ ਨੂੰ ਹਮੇਸ਼ਾ ਭਰਾ 'ਤੇ ਮਾਣ ਹੁੰਦਾ ਅਤੇ ਉਸ ਦੇ ਲਈ ਉਹਨੇ ਭਰਾ ਦੇ ਰੋਹਬ ਦੀ, ਉਹਦੇ ਦਬਦਬੇ ਦੀ ਗੱਲ ਕੀਤੀ ਆ ਕਿ ਕਾਲੀ ਡਾਂਗ ਮੇਰੇ ਵੀਰ ਦੀ, ਜਿੱਥੇ ਵੱਜਦੀ ਬੱਦਲ ਵਾਂਗੂ ਗੱਜਦੀ। ਜਾਂ ਭਰਾ ਦੀ ਹਰਮਨ ਪਿਆਰਤਾ ਭੈਣ ਨੇ ਇਵੇਂ ਦੱਸੀ ਆ ਕਿ ਮੇਰਾ ਵੀਰ ਧਨੀਏ ਦਾ ਬੂਟਾ ਆਉਂਦੇ ਜਾਂਦੇ ਲੈਣ ਵਾਸ਼ਨਾ। ਇਵੇਂ ਹੀ ਮਾਂ ਅਤੇ ਪੁੱਤ ਦੇ ਰਿਸ਼ਤੇ ਬਾਰੇ ਦੱਸਿਆ ਗਿਆ ਕਿ ਮਾਵਾਂ ਪੁੱਤਰਾਂ ਨੂੰ ਮਿਲਣ 'ਤੇ ਮਹਿਕ 'ਤੇ ਟਹਿਕ ਜਾਂਦੀਆਂ ਨੇ, ਖੁਸ਼ ਹੁੰਦੀਆਂ ਨੇ। ਮਾਮਾ ਨੂੰ ਪੁੱਤ ਐਂ ਮਿਲਦੇ ਜਿਵੇਂ ਸੁੱਕੀਆਂ ਵੇਲਾਂ ਨੂੰ ਪਾਣੀ। ਸੱਸ ਤੇ ਨੂੰਹ ਦੇ ਰਿਸ਼ਤੇ ਦਾ ਜ਼ਿਕਰ ਆਇਆ ਕਿ ਕਿਹੜੇ ਹੌਸਲੇ ਲੰਬਾ ਮੈਂ ਤੰਦ ਪਾਵਾਂ, ਪੁੱਤ ਤੇਰਾ ਵੈਲੀ ਸੱਸੀਏ। ਜਾਂ
ਕੱਟ ਦੇ ਫਰੰਗੀਆ ਨਾਮਾ ਇੱਕੋ ਪੁੱਤ ਮੇਰੀ ਸੱਸ ਦਾ, ਜਾਂ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ ਸੱਸੇ ਤੇਰੀ ਮੱਝ ਮਾਰਚੇ। ਇਸ ਤਰ੍ਹਾਂ ਦੇ ਨਾਲ ਇਹਨਾਂ ਤਿੰਨਾਂ ਟੱਪਿਆਂ ਦੇ ਵਿੱਚ ਨੂੰ ਸੱਸ ਦੇ ਰਿਸ਼ਤੇ ਦਾ ਜ਼ਿਕਰ ਆਇਆ, ਦਿਓਰ ਭਰਜਾਈ ਦੇ ਰਿਸ਼ਤੇ ਦਾ ਕਿ ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗੇ ਦੁੱਧ ਦਿੰਦੀਆਂ। ਭੂਆ ਭਤੀਜੇ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਆ ਕਿ ਪੁੱਤ ਵੀਰ ਦਾ ਭਤੀਜਾ ਮੇਰਾ ਭੂਆ ਕਹਿ ਕੇ ਮੱਥਾ ਟੇਕਦਾ। ਬਾਬਲ ਤੇ ਧੀ ਦੇ ਰਿਸ਼ਤੇ ਦੀ ਗੱਲ ਕੀਤੀ ਗਈ ਆ ਕਿ ਭਾਵੇਂ ਦੇਵੀ ਨਾ ਦਾਜ ਵਿੱਚ ਗਹਿਣੇ ਵਿੱਦਿਆ ਪੜ੍ਹਾ ਦੇ ਬਾਬਲਾ, ਕਿਤੇ ਲਿਪਣੇ ਨਾ ਪੈਣ ਬਨੇਰੇ ਪੱਕਾ ਘਰ ਟੋਲੀ ਬਾਵਲਾ। ਇਸ ਤੋਂ ਬਿਨਾਂ ਮਾਪਿਆਂ ਦੇ ਰਿਸ਼ਤੇ ਦਾ ਜ਼ਿਕਰ ਆਇਆ ਕਿ ਤਿੰਨ ਰੰਗ ਨਹੀਂ ਲੱਭਣੇ ਹੁਸਨ ਜਵਾਨੀ ਮਾਪੇ। ਸੋ ਇਸ ਤਰ੍ਹਾਂ ਇਸ ਵੱਖ-ਵੱਖ ਜਿਹੜੇ ਮਨੁੱਖੀ ਰਿਸ਼ਤੇ ਨੇ ਇਹਨਾਂ ਟੱਪਿਆਂ ਦੇ ਵਿੱਚ ਵਿਸ਼ਾ ਬਣੇ ਨੇ ਅਤੇ ਇਹਨਾਂ ਨੂੰ ਇਹਨਾਂ ਟੱਪਿਆਂ ਦੇ ਵਿੱਚ ਇਸ ਤਰ੍ਹਾਂ ਦੇ ਅਨੁਸਾਰ ਆ ਜਿਹੜਾ ਉਹ ਚਿਤਰਿਆ ਗਿਆ ਹੈ। ਪੰਜਾਬੀ ਦੇ ਕਿੰਨਾਂ ਟੱਪਿਆਂ ਵਿੱਚ ਇੱਕ ਪਤਨੀ ਦੀਆਂ ਕਿਹੜੀਆਂ-ਕਿਹੜੀਆਂ ਇਸ਼ਾਵਾਂ ਪ੍ਰਗਟ ਹੋਈਆਂ ਨੇ। ਸੋ ਟੱਪਿਆਂ ਦੇ ਵਿੱਚ ਪਤਨੀ ਦੇ ਮਨੋਂ ਭਾਵ ਪ੍ਰਗਟ ਹੋਏ ਨੇ। ਸਭ ਤੋਂ ਪਹਿਲਾਂ ਤਾਂ ਉਹ ਇਹੀ ਕਹਿੰਦੀ ਆ ਕਿ ਕੱਟ ਦੇ ਫਰੰਗੀਆ ਨਾਮਾ ਇੱਕੋ ਪੁੱਤ ਮੇਰੀ ਸੱਸ ਦਾ, ਹੈ ਨਾ। ਸੋ ਉਸਦੇ ਪਤੀ ਦਾ ਉਹ ਚਾਹੁੰਦੀ ਆ ਕਿ ਫੌਜ ਵਿੱਚੋਂ ਨਾਮ ਕੱਟਿਆ ਜਾਵੇ ਅਤੇ ਉਹ ਘਰ ਆ ਕੇ ਹੀ ਖੇਤੀਬਾੜੀ ਦਾ ਕੰਮ ਕਰੇ, ਉਹ ਉਸਦੇ ਕੋਲ ਰਹੇ। ਤਾਂ ਉਹ ਚਾਹੁੰਦੀ ਆ ਕਿ ਆਪਣੇ ਪਤੀ ਦੇ ਨਾਲ ਮੈਂ ਖੇਤਾਂ ਦੇ ਵਿੱਚ ਹਰ ਤਰ੍ਹਾਂ ਦਾ ਕੰਮ ਉਹਦੇ ਬਰਾਬਰ ਕਰਾਵਾਂਗੀ। ਜਦੋਂ ਉਹ ਕਹਿੰਦੀ ਆ ਕਿ ਹਾੜੀ ਵੱਢੂੰਗੀ ਬਰਾਬਰ ਤੇਰੇ ਦਾਤੀ ਨੂੰ ਲਵਾ ਦੇ ਘੁੰਗਰੂ। ਸੋ ਅਗਲੀ ਗੱਲ ਇਹ ਆ ਕਿ ਪਤਨੀ ਇਹ ਵੀ ਨਹੀਂ ਚਾਹੁੰਦੀ ਕਿ ਉਸਦਾ ਪਤੀ ਬੈਲੀ ਹੋਵੇ, ਤਾਂ ਇਸ ਦੇ ਲਈ ਉਹ ਆਪਣੀ ਸੱਸ ਨੂੰ ਆਪਣੇ ਇਹ ਮਨੋਭਾਵ ਪ੍ਰਗਟ ਕਰਦੀ ਆ ਕਿ ਕਿਹੜੇ ਹੌਸਲੇ ਚਰਖੇ ਤੰਦ ਪਾਵਾਂ ਪੁੱਤ ਤੇਰਾ ਬੈਲੀ ਸੱਸੀਏ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਨੇ ਪਤਨੀ ਦੇ ਮਨ ਦੀਆਂ ਇਸ਼ਾਵਾਂ ਇਹਨਾਂ ਟੱਪਿਆਂ ਦੇ ਵਿੱਚ ਪ੍ਰਗਟ ਹੋਈਆਂ ਨੇ ਕਿ ਉਹ ਨਹੀਂ ਚਾਹੁੰਦੀ ਕਿ ਉਸਦਾ ਪਤੀ ਨੌਕਰੀ ਕਰੇ, ਸਗੋਂ ਉਹ ਇਹ ਚਾਹੁੰਦੀ ਆ ਕਿ ਉਹ ਘਰ ਰਹਿ ਕੇ ਹੀ ਕੰਮ ਕਰੇ ਅਤੇ ਕੰਮ ਦੇ ਵਿੱਚ ਉਹ ਉਸਦੀ ਬਰਾਬਰ ਮਦਦ ਕਰਨ ਦੇ ਲਈ, ਇੱਥੋਂ ਤੱਕ ਕਿ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਵੀ ਤਿਆਰ ਆ। ਅਤੇ ਉਹ ਇਹ ਨਹੀਂ ਚਾਹੁੰਦੀ ਕਿ ਉਸਦਾ ਪਤੀ ਬੈਲੀ ਜਾਂ ਐਬੀ ਹੋਵੇ। ਸੋ ਉਹ ਹੌਸਲੇ ਦੇ ਨਾਲ ਰਹਿਣਾ ਚਾਹੁੰਦੀ ਆ ਕਿ ਉਸਦਾ ਜਿਹੜਾ ਪਤੀ ਆ ਸਾਦ ਮਰਾਦਾ ਖਾਣ ਵਾਲਾ ਹੋਵੇ, ਐਬੀ ਜਾਂ ਬੈਲੀ ਨਾ ਹੋਵੇ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ਼ਾਵਾਂ ਨੇ ਇਹਨਾਂ ਟੱਪਿਆਂ ਦੇ ਵਿੱਚ ਇੱਕ ਪਤਨੀ ਦੇ ਮਨੋਭਾਵਾਂ ਦੇ ਰੂਪ ਦੇ ਵਿੱਚ ਦਰਸਾਈਆਂ ਗਈਆਂ ਹਨ। ਪਾਠ ਪੁਸਤਕ ਦੇ ਕਿਹੜੇ ਟੱਪਿਆਂ ਦੇ ਵਿੱਚ ਜੀਵਨ ਦਾ ਆਰਥਿਕ ਪੱਖ ਆ ਜਿਹੜਾ ਉਹ ਝਲਕਦਾ ਹੈ, ਜਾਂ ਕਿੰਨਾਂ ਟੱਪਿਆਂ ਦੇ ਵਿੱਚ ਜੀਵਨ ਦਾ ਆਰਥਿਕ ਪੱਖ ਝਲਕਿਆ ਹੈ। ਤਾਂ ਇਸ ਪ੍ਰਸ਼ਨ ਦੇ ਉੱਤਰ ਦੇ ਲਈ ਅਸੀਂ ਦੇਖਦੇ ਹਾਂ। ਸਭ ਤੋਂ ਪਹਿਲਾਂ ਬੇਟੇ ਤੁਹਾਨੂੰ ਆਰਥਿਕ ਪੱਖ ਦਾ ਪਤਾ ਹੋਣਾ ਚਾਹੀਦਾ ਕਿ ਆਰਥਿਕ ਪੱਖ ਉਹ ਹੁੰਦਾ ਜਿਹਦੇ ਵਿੱਚ ਰੁਪਈਏ ਪੈਸੇ ਦੀ ਗੱਲ ਹੋਵੇ, ਆਰਥਿਕ ਸਥਿਤੀ ਦੀ ਗੱਲ ਹੋਵੇ। ਸੋ ਪਹਿਲਾ ਤਾਂ ਟੱਪਾ ਸਾਡੇ ਕੋਲ ਇਹੀ ਆ ਜਾਂਦਾ ਕਿ ਕੁੜੀ ਆ ਜਿਹੜੀ ਆਰਥਿਕ ਪੱਖੋਂ ਖੁਸ਼ਹਾਲ ਘਰ ਦੀ ਕਾਮਨਾ ਕਰਦੀ ਆ ਕਿ ਪੱਕਾ ਘਰ ਟੋਲੀ ਬਾਵਲਾ ਜਿੱਥੇ ਲਿਪਣੇ ਨਾ ਪੈਣ ਬਨੇਰੇ। ਸੋ ਉਹ ਚਾਹੁੰਦੀ ਆ ਕਿ ਉਹ ਵਧੀਆ ਆਰਥਿਕ ਤੌਰ 'ਤੇ ਖੁਸ਼ਹਾਲ ਘਰ ਦੇ ਵਿੱਚ ਵਿਆਹੀ ਜਾਵੇ। ਅਤੇ ਦੂਜਾ ਟੱਪਾ ਸਾਨੂੰ ਇਹ ਮਿਲਦਾ ਕਿ ਲੱਛੀ ਤੇਰੇ ਬੰਦ ਨਾ ਬਣੇ ਮੁੰਡੇ ਮਰ ਗਏ ਕਮਾਈਆਂ ਕਰਦੇ। ਭਾਵ ਕਿ ਆਰਥਿਕਤਾ ਦੇ ਪੱਖੋਂ ਗੱਲ ਇਸ ਤਰ੍ਹਾਂ ਆ ਕਿ ਮੁੰਡੇ ਨੇ ਜਿਹੜੇ ਕਮਾਈਆਂ ਕਰ ਕਰਕੇ ਥੱਕ ਜਾਂਦੇ ਨੇ, ਸਾਰਾ ਜ਼ੋਰ ਲਾ ਕੇ ਵੀ ਉਹ ਕਮਾਈਆਂ ਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਹੀ ਮਸਾਂ ਜਦੋਂ ਚਲਾਉਂਦੇ ਨੇ, ਤਾਂ ਇਸ ਵਿੱਚ ਸੋਨੇ ਦੇ ਗਹਿਣੇ ਜਾਂ ਬੰਦ ਜਿਹੜਾ ਇੱਕ ਹੱਥ ਦਾ ਗਹਿਣਾ ਉਹ ਆਪਣੀ ਪਤਨੀ ਨੂੰ ਜਦੋਂ ਬਣਾ ਕੇ ਦੇਣ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਉਸਦੀ ਇਹ ਇੱਛਾ ਪੂਰੀ ਨਹੀਂ ਹੁੰਦੀ, ਤਾਂ ਫਿਰ ਉਹ ਕਹਿੰਦਾ ਕਿ ਮੁੰਡੇ ਮਰ ਗਏ ਕਮਾਈਆਂ ਕਰਦੇ ਲੱਛੀ ਤੇਰੇ ਬੰਦ ਨਾ ਬਣੇ। ਸੋ ਇਸ ਤਰ੍ਹਾਂ ਦੇ ਨਾਲ ਇਹਨਾਂ ਟੱਪਿਆਂ ਦੇ ਵਿੱਚ ਆਰਥਿਕ ਪੱਖ ਆ ਜਿਹੜਾ ਜੀਵਨ ਦਾ ਝਲਕਦਾ, ਕਿਉਂਕਿ ਪੱਕਾ ਘਰ ਵੀ ਆਰਥਿਕ ਤੌਰ 'ਤੇ ਖੁਸ਼ਹਾਲ ਵਾਲਿਆਂ ਦਾ ਹੁੰਦਾ ਅਤੇ ਜਿਹੜੇ ਗਹਿਣੇ ਨੇ ਉਹ ਵੀ ਸਰਦੇ ਵਰਦੇ ਘਰਾਂ ਦੇ ਵਿੱਚ ਹੀ ਜਿਹੜੇ ਨੇ ਬਣਾਏ ਜਾਂਦੇ ਨੇ, ਨਹੀਂ ਤਾਂ ਘਰ ਦੇ ਨਿਰਵਾਹ ਦੀ ਗੱਲ ਹੀ ਜਿਹੜੀ ਪਹਿਲਾਂ ਸਾਡੇ ਸਾਹਮਣੇ ਆ ਜਾਂਦੀ ਹੈ। ਜੱਗ ਜਿਉਣ ਵੱਡੀਆਂ ਭਰਜਾਈਆਂ ਪਾਣੀ ਮੰਗਾਂ ਦੁੱਧ ਦਿੰਦੀਆਂ। ਇਸ ਟੱਪੇ ਵਿੱਚ ਕਿਹੜੇ ਭਾਵ ਪ੍ਰਗਟ ਹੋਏ ਹਨ? ਤਾਂ ਇਸ ਪ੍ਰਸ਼ਨ ਦਾ ਜਵਾਬ ਇਹ ਬਣਦਾ ਕਿ ਇਸ ਟੱਪੇ ਵਿੱਚ ਭਰਜਾਈਆਂ ਦੇ ਆਪਣੇ ਦਿਓਰ ਦੇ ਨਾਲ ਮੋਹ ਦੇ ਭਾਵ ਪ੍ਰਗਟ ਹੁੰਦੇ ਹਨ ਕਿ ਉਹ ਹਮੇਸ਼ਾ ਭਰਜਾਈਆਂ ਦੀ ਸੁੱਖ ਮੰਗਦੇ ਨੇ ਦਿਓਰ
कि वो उन्हां दीयां जिहड़ियां भरजाइयां ने, ਵੱਡੀਆਂ ਭਰਜਾਈਆਂ ਕਹਿੰਦੇ ਨੇ ਮਾਵਾਂ ਦੀ ਤਰ੍ਹਾਂ ਹੁੰਦੀਆਂ ਨੇ, ਜੋ ਕਿ ਪੁੱਤਰਾਂ ਵਾਂਗ ਜਾਂ ਬੱਚਿਆਂ ਵਾਂਗ ਛੋਟੇ ਦਿਓਰਾਂ ਦਾ ਖਿਆਲ ਨੇ ਜਿਹੜਾ ਉਹ ਰੱਖਦੀਆਂ ਨੇ। ਕਹਿੰਦੇ ਨੇ ਜੱਗ ਜਿਉਣ ਵੱਡੀਆਂ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ। ਅਗਲਾ ਪ੍ਰਸ਼ਨ ਸਾਡੇ ਕੋਲ ਆ ਜਾਂਦਾ, ਨਹੀਂਓ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ। ਇਸ ਟੱਪੇ ਵਿੱਚ ਆਏ ਭਾਵ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਸੋ ਇਸ ਟੱਪੇ ਦੇ ਵਿੱਚ ਬੇਟੇ ਕਿਹੜੇ ਭਾਵ ਆਏ ਨੇ ਕਿ ਸੰਸਾਰਕ ਨਾਸ਼ਵੰਤਤਾ ਦਾ ਭਾਵ ਆਇਆ ਕਿ ਜਦੋਂ ਇੱਕ ਵਾਰੀ ਕੋਈ ਦੁਨੀਆ ਤੋਂ ਤੁਰ ਜਾਂਦਾ ਜਾਂ ਸਾਡਾ ਜਿਹੜਾ ਪਿਆਰਾ ਸਾਡੇ ਕੋਲੋਂ ਵਿਛੜ ਜਾਂਦਾ ਤਾਂ ਉਹ ਜਿਹੜੀ ਚੀਜ਼ ਆ ਦੁਬਾਰਾ ਹੱਥ ਨਹੀਂ ਆਉਂਦੀ। ਸੋ ਗੁਆਚੇ ਲਾਲ ਮਿੱਟੀ ਦੇ ਵਿੱਚੋਂ ਨਹੀਂ ਲੱਭਦੇ। ਇਸ ਤਰ੍ਹਾਂ ਦਾ ਜਿਹੜਾ ਭਾਵ ਆ ਇਸ ਟੱਪੇ ਦੇ ਵਿੱਚ ਪ੍ਰਗਟ ਹੋਇਆ। ਅਗਲਾ ਪ੍ਰਸ਼ਨ ਕੀ ਆ ਕਿ ਤੁਸੀਂ ਆਪਣੀ ਪਾਠ ਪੁਸਤਕ ਦੇ ਵਿੱਚੋਂ ਆਪਣੀ ਮਨਪਸੰਦ ਦੇ 3 ਟੱਪੇ ਲਿਖੋ। ਤਾਂ ਆਪਾਂ ਬੇਟੇ ਦੇਖੋ ਕਿੰਨੇ ਸਾਰੇ ਟੱਪੇ ਪੜ੍ਹੇ ਨੇ, ਉਹਨਾਂ ਦੇ ਵਿੱਚੋਂ ਜਿਹੜੇ ਵੀ ਕੋਈ ਟੱਪੇ 3 ਤੁਹਾਨੂੰ ਚੰਗੇ ਲੱਗਦੇ ਨੇ ਉਹ ਤੁਸੀਂ ਲਿਖੋ। ਕਿਉਂ ਚੰਗੇ ਲੱਗਦੇ ਨੇ ਤਾਂ ਤੁਸੀਂ ਇਹਦਾ ਜਿਹੜਾ ਕਾਰਨ ਆ ਉਹ ਵੀ ਸਪਸ਼ਟ ਕਰੋ। ਸੋ ਇਹ ਜਿਹੜਾ ਕੰਮ ਆ ਤੁਹਾਡੇ ਕਰਨ ਦੇ ਲਈ ਆ। ਤਾਂ ਹੁਣ ਮੈਂ ਤੁਹਾਡੀ ਸਮੁੱਚੀ ਜਾਣਕਾਰੀ ਦੇ ਲਈ ਇਸ ਪਾਠ ਦੇ ਵਿੱਚੋਂ ਤੁਹਾਨੂੰ ਮੈਂ ਹੋਰ ਜਿਹੜੇ ਨੇ ਸੰਖੇਪ ਉੱਤਰਾਂ ਵਾਲੇ ਜਿਹੜੇ ਪ੍ਰਸ਼ਨ ਨੇ ਉਹ ਵੀ ਕਰਵਾਉਣੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਟੱਪਿਆਂ ਦੇ ਸੰਬੰਧ ਦੇ ਵਿੱਚ ਹੀ ਕਿ ਟੱਪਾ ਕਿਸ ਤਰ੍ਹਾਂ ਦਾ ਸਾਹਿਤ ਰੂਪ ਆ, ਇਸ ਦੇ ਨਾਲ ਸੰਬੰਧਿਤ ਹੀ ਮੈਂ ਤੁਹਾਨੂੰ ਜਿਹੜੇ ਪ੍ਰਸ਼ਨ ਨੇ ਉਹ ਪੁੱਛਦੀ ਹਾਂ ਕਿ ਟੱਪਾ ਕਿੰਨੀਆਂ ਤੁਕਾਂ ਵਾਲਾ ਲੋਕ ਗੀਤ ਆ। ਸੋ ਇਹਦੇ ਵਿੱਚ ਤੁਸੀਂ ਇਹੀ ਦੱਸੋਗੇ ਕਿ ਟੱਪਾ ਇੱਕ ਜਾਂ ਇਕਹਿਰੀ ਤੁਕ ਵਾਲਾ ਲੋਕ ਗੀਤ ਆ। ਸੋ ਟੱਪਾ ਜਿਹੜਾ ਹੈਗਾ ਲੋਕ ਗੀਤ ਜਾਂ ਲੋਕ ਕਾਵਿ ਰੂਪ ਇਹ ਕਿਹੜੇ ਨਾਚਾਂ ਵਿੱਚ ਗਾਇਆ ਜਾਂਦਾ, ਗਿੱਧੇ ਜਾਂ ਭੰਗੜੇ ਦੇ ਵਿੱਚ ਗਾਇਆ ਜਾਂਦਾ। ਕਿਹੜੇ ਸਾਜ਼ ਨਾਲ ਟੱਪਿਆਂ ਨੂੰ ਗਾਇਆ ਜਾਂਦਾ, ਢੋਲਕੀ ਦੇ ਨਾਲ ਗਾਇਆ ਜਾਂਦਾ। ਸੋ ਟੱਪੇ ਦਾ ਹੋਰ ਨਾਂ ਕੀ ਆਪਾਂ ਕਹਿ ਸਕਦੇ ਹਾਂ, ਇੱਕ ਤੁਕੀ ਬੋਲੀ। ਇਸ ਦਾ ਹੋਰ ਨਾਂ ਇੱਕ ਤੁਕੀ ਬੋਲੀ ਵੀ ਆ। ਸੋ ਟੱਪੇ ਨੂੰ ਲਮਕਾਉਣ ਦੇ ਲਈ ਜਾਂ ਦੁਹਰਾਉਣ ਦੇ ਲਈ ਜਾਂ ਇਸ ਨੂੰ ਲਮਕਾ ਕੇ ਗਾਉਣ ਦੇ ਲਈ ਇਹਦੇ ਵਿੱਚ ਕਿਹੜੇ ਸ਼ਬਦ ਨੇ ਜੋੜ ਲਏ ਜਾਂਦੇ ਨੇ, ਬੱਲੇ ਬੱਲੇ, ਸ਼ਾਵਾ ਸ਼ਾਵਾ। ਬਣਤਰ ਦੇ ਪੱਖੋਂ ਟੱਪੇ ਦੇ ਅੰਤ ਉੱਤੇ ਕਿਹੜਾ ਸਵਰ ਹੁੰਦਾ, ਦੀਰਘ ਸਵਰ ਹੁੰਦਾ। ਸਵਰ 2 ਤਰ੍ਹਾਂ ਦੇ ਹੁੰਦੇ ਨੇ, ਦੀਰਘ ਤੇ ਲਘੂ। ਸੋ ਟੱਪੇ ਦੇ ਅੰਤ 'ਤੇ ਜਿਹੜਾ ਦੀਰਘ ਸਵਰ ਹੁੰਦਾ ਅਤੇ ਮੱਧ ਦੇ ਵਿੱਚ ਵੀ ਦੀਰਘ ਸਵਰ ਹੀ ਟੱਪੇ ਦੇ ਵਿੱਚ ਆਉਂਦਾ ਹੈਗਾ। ਟੱਪਾ ਜਿਹੜਾ ਅੰਤ 'ਤੇ ਕਿਸ ਚੀਜ਼ ਦਾ ਰੂਪ ਧਾਰਨ ਕਰ ਜਾਂਦਾ। ਸੋ ਜਿਹੜੇ ਟੱਪੇ ਨੇ ਸਾਨੂੰ ਲੋਕ ਅਖੌਤਾਂ ਵਰਗੇ ਲੱਗਦੇ ਨੇ, ਤਾਂ ਟੱਪੇ ਨੇ ਜਿਹੜੇ ਲੋਕ ਅਖੌਤਾਂ ਦਾ ਜਿਹੜਾ ਰੂਪ ਆ ਉਹ ਧਾਰਨ ਕਰ ਜਾਂਦੇ ਹਨ। ਸੋ ਅੱਗੇ ਜਿਹੜੇ ਹੈਗੇ ਨੇ ਟੱਪਿਆਂ ਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਨੇ ਕਿ ਤੂੰ ਕਿਹੜਿਆਂ ਰੰਗਾਂ ਵਿੱਚ ਖੇਡੇ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਇਹ ਜਿਹੜਾ ਟੱਪਾ ਹੈਗਾ ਕਿਸ ਨੂੰ ਸੰਬੋਧਨ ਆ। ਸੋ ਇਹ ਜਿਹੜਾ ਟੱਪਾ ਹੈਗਾ ਪਰਮਾਤਮਾ ਨੂੰ ਸੰਬੋਧਨ ਆ ਕਿ ਇਹ ਪਰਮਾਤਮਾ ਅਸੀਂ ਤੇਰੀ ਰਜ਼ਾ ਨੂੰ ਨਹੀਂ ਜਾਣ ਸਕਦੇ ਕਿ ਤੂੰ ਕਿਹੜਿਆਂ ਰੰਗਾਂ ਦੇ ਵਿੱਚ ਰਾਜ਼ੀ ਆ, ਕਿ ਭਾਵ ਕਿ ਤੇਰੇ ਮਨ ਨੂੰ ਕਿਹੜੀ ਚੀਜ਼ ਚੰਗੀ ਲੱਗਦੀ ਆ। ਤੇਰੇ ਮਨ ਦੀ ਮੈਲ ਨਾ ਜਾਵੇ, ਨਹਾਉਂਦਾ ਫਿਰੇ ਤੀਰਥਾਂ 'ਤੇ। ਸੋ ਇਸ ਦੇ ਵਿੱਚ ਕਿਸ ਤਰ੍ਹਾਂ ਦੇ ਜੀਵਨ 'ਤੇ ਚੋਟ ਕੀਤੀ ਗਈ ਆ, ਪਖੰਡ ਭਰੇ ਜੀਵਨ 'ਤੇ, ਕਿ ਅਸੀਂ ਤੀਰਥਾਂ 'ਤੇ ਨਹਾ ਕੇ ਆਉਣ ਦਾ ਪਖੰਡ ਕਰਦੇ ਹਾਂ, ਪਰ ਅੰਦਰੋਂ ਸਾਡਾ ਜਿਹੜਾ ਮਨ ਆ ਉਹ ਵਿਸ਼ੇ ਵਿਕਾਰਾਂ ਦੀ ਮੈਲ ਦੇ ਨਾਲ ਭਰਿਆ ਹੁੰਦਾ ਹੈਗਾ। ਨੇਕ ਅਮਲ ਕਰਨ ਦੀ ਪ੍ਰੇਰਨਾ ਕਿਹੜਾ ਟੱਪਾ ਦਿੰਦਾ, ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਕੇ, ਜਾਂ ਉੱਥੇ ਅਮਲਾਂ ਦੇ ਹੋਣਗੇ ਨਮੇੜੇ, ਕਿਸੇ ਨੇ ਤੇਰੀ ਜਾਤ ਪੁੱਛਣੀ। ਸੋ ਇਹਨਾਂ ਦੇ ਵਿੱਚ ਆ ਜਿਹੜਾ ਸਾਨੂੰ ਸ਼ੁਭ ਅਮਲਾਂ 'ਤੇ ਜ਼ੋਰ ਦਿੱਤਾ ਗਿਆ ਅਤੇ ਜਾਤ ਦੇ ਹੰਕਾਰ ਤੋਂ ਬਚਣ ਦੇ ਲਈ ਕਿਹਾ ਗਿਆ ਹੈਗਾ। ਸੋ ਅਗਲਾ ਪ੍ਰਸ਼ਨ ਕੀ ਸਾਡੇ ਕੋਲ ਆ ਜਾਂਦਾ ਕਿ ਟੱਪਿਆਂ ਦੇ ਵਿੱਚ ਗੋਰੇ ਰੰਗ ਜਾਂ ਅਕਲ ਵਿੱਚੋਂ ਕਿਹੜੀ ਚੀਜ਼ ਵਧੇਰੇ ਮੁੱਲਵਾਨ। ਸੋ ਟੱਪਿਆਂ ਦੇ ਵਿੱਚ ਕਿਹਾ ਗਿਆ ਸੀ ਨਾ ਕਿ ਗੋਰੇ ਰੰਗ ਨੂੰ ਕਿਸੇ ਨਹੀਂ ਪੁੱਛਣਾ, ਮੁੱਲ ਪੈਣੇ ਅਕਲਾਂ ਦੇ। ਸੋ ਕਿਹੜੀ ਚੀਜ਼ ਮੁੱਲਵਾਨ ਹੋਈ, ਅਕਲ। ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਇਹ ਜਿਹੜੀਆਂ ਸਾਰੇ ਪ੍ਰਸ਼ਨ ਉੱਤਰ ਨੇ ਧਿਆਨ ਨਾਲ ਸੁਣੇ ਹੋਣਗੇ। ਜ਼ਰੂਰ ਇਹਨਾਂ ਨੂੰ ਪ੍ਰੀਖਿਆ ਦੇ ਵਿੱਚ ਹੱਲ ਕਰੋਗੇ। ਬਹੁਤ ਬਹੁਤ ਤੁਹਾਨੂੰ ਦਿਲੋਂ ਸ਼ੁਭ ਇਸ਼ਾਵਾਂ। ਸਾਰਿਆਂ ਨੂੰ ਬਹੁਤ ਬਹੁਤ
ਪਿਆਰ। ਸਤਿ ਸ਼੍ਰੀ ਅਕਾਲ।